ਸਫਰਿੰਗ ਦੇ ਉੱਤੇ ਦੇਖਦੇ ਪਏ ਹਾਂ, ਇਹ ਉਸ ਦੇ ਉੱਤੇ ਅਸੀਂ ਚੱਲਦੇ ਪਏ ਹਾਂ, ਉਸੇ ਲਾਈਨ ਦੇ ਉੱਤੇ ਅਸੀਂ ਚੱਲਾਂਗੇ। ਅੱਜ ਅਸੀਂ ਦੇਖਾਂਗੇ ਔਰਿਜਨ, ਸਫਰਿੰਗ ਦੀ ਜਿਹੜੀ ਸ਼ੁਰੂਆਤ, ਦੁੱਖਾਂ ਦੀ ਸ਼ੁਰੂਆਤ ਕਿੱਥੋਂ ਹੋਈ, ਉਸ ਨੂੰ ਅਸੀਂ ਬੜੇ ਧਿਆਨ ਦੇ ਨਾਲ ਦੇਖਾਂਗੇ। ਔਰ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਾਨੂੰ ਸਮਝਣਾ ਪੈਣਾ ਕਿ ਅਗਰ ਅਸੀਂ ਉਸ ਚੀਜ਼ ਨੂੰ ਸਮਝ ਗਏ ਤਾਂ ਪ੍ਰਭੂ ਦੀ ਇੱਕ ਬਰਕਤ ਦਾ ਦਰਵਾਜ਼ਾ ਜਿਹੜਾ ਸਾਡੇ ਲਈ ਖੁੱਲ੍ਹ ਜਾਂਦਾ, ਕਿਉਂਕਿ ਉੱਥੋਂ ਹੀ, ਉਸ ਚੀਜ਼ ਨੂੰ ਸਮਝ ਲੈਣ ਦੇ ਨਾਲ ਹੀ ਸਾਡੇ 'ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨਾ ਕਹਿਣ ਦੀ ਸਾਨੂੰ ਤਾਕਤ ਮਿਲ ਜਾਂਦੀ ਹੈ। ਠੀਕ, ਇਸ ਤੋਂ ਪਹਿਲਾਂ ਕਿ ਅਸੀਂ ਸਫਰਿੰਗ ਦੀ ਔਰਿਜਨ ਨੂੰ ਦੇਖੀਏ, ਬਿਮਾਰੀ ਦੱਸਣੀ ਤਾਂ ਕਿਸੇ ਨੂੰ ਵੀ ਕੋਈ ਵੀ ਦੱਸ ਦਿੰਦਾ, ਲੇਕਿਨ ਇਲਾਜ ਜਿਹੜਾ, ਅਸੀਂ ਉਸ ਦਾ ਇਲਾਜ ਸਭ ਤੋਂ ਪਹਿਲਾਂ ਦੇਖਿਆ ਔਰ ਅਸੀਂ ਸ਼ੁਰੂਆਤ ਹੀ ਉੱਥੋਂ ਕੀਤੀ, ਇਲਾਜ ਤੋਂ, ਕਿ ਜਿਸ ਲਈ ਅਸੀਂ ਦੁੱਖਾਂ ਦੇ ਵਿੱਚ ਹੁੰਨੇ ਹਾਂ ਤੇ ਅਸੀਂ ਕਿੱਥੇ ਜਾਣਾ ਔਰ ਕਿਉਂ ਜਾਣਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹ ਸਾਰੇ ਦੇ ਸਾਰੇ ਦੁੱਖ ਜਿਹੜੇ ਸੀਗੇ, ਉਹ ਚਾਹੇ ਅੱਜ ਦੇ ਆ, ਚਾਹੇ ਬੀਤੇ ਕੱਲ੍ਹ ਦੇ ਆ, ਔਰ ਚਾਹੇ ਆਉਣ ਵਾਲੇ ਆ, ਉਸਨੇ ਉਹ ਸਾਰੇ ਦੁੱਖ ਆਪਣੇ ਉੱਤੇ ਲੈ ਕੇ ਉਸ ਸਲੀਬ ਦੇ ਉੱਤੇ ਚੜ੍ਹਿਆ। ਅਤ ਪਵਿੱਤਰ, ਅਤ ਪਵਿੱਤਰ, ਜਿਸ ਦੇ ਉੱਤੇ ਪੱਥਰ ਚੁੱਕੇ ਗਏ, ਉਹਨੂੰ ਪੱਥਰ ਮਾਰਨ ਦੇ ਲਈ ਪੱਥਰ ਚੁੱਕੇ ਗਏ। ਅਤ ਪਵਿੱਤਰ, ਜਿਸ ਨੂੰ ਕੋਈ ਛੂ ਨਹੀਂ ਸਕਦਾ, ਉਸ ਦੇ ਉੱਤੇ ਉਹਨਾਂ ਨੇ ਉਹ 40 ਕੋਰੜੇ ਮਾਰੇ ਔਰ ਉਸ ਦੀ ਪਿੱਠ ਛਿੱਲ ਕੇ ਰੱਖ ਦਿੱਤੀ। ਅਤ ਪਵਿੱਤਰ, ਜਿਸ ਦੇ ਮੂਹਰੇ ਹਰ ਸਿਰ ਝੁਕਦਾ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਗਿਆ। ਅਤ ਪਵਿੱਤਰ, ਜਿਸ ਦੇ ਹੱਥ ਦੀ ਛੂਹ ਨੂੰ ਸਾਰੀ ਦੁਨੀਆ ਤਰਸਦੀ ਪਈ ਆ, ਉਸ ਦੇ ਹੱਥਾਂ ਦੇ ਵਿੱਚ ਕਿੱਲ ਗੱਡੇ ਗਏ। ਅਤ ਪਵਿੱਤਰ, ਉਹ ਪੈਰ ਜਿਹੜੇ ਪਾਣੀ ਦੇ ਉੱਤੋਂ ਦੀ ਤੁਰ ਕੇ ਨਿਕਲੇ ਆ, ਉਹਨਾਂ ਪੈਰਾਂ ਦੇ ਵਿੱਚ ਕਿੱਲ ਗੱਡੇ ਗਏ। ਕਿਸ ਦੇ ਲਈ? ਸਾਡੇ ਲਈ, ਮੇਰੇ ਲਈ, ਤੁਹਾਡੇ ਲਈ। ਸਾਡਾ ਸਾਰੇ ਦਾ ਸਾਰਾ ਦੁੱਖ ਉਸ ਸਲੀਬ ਦੇ ਉੱਤੇ ਆ। ਔਰ ਪ੍ਰਭੂ ਦਾ ਸ਼ੁਕਰ ਆ ਕਿ ਜਦ ਉਸ ਸਲੀਬ ਦੇ ਉੱਤੇ ਉਸਨੇ ਕਿਹਾ ਪੂਰਾ ਹੋਇਆ, ਤੇ ਨਾਲ ਹੀ ਮੰਦਰ ਦਾ ਅੰਦਰ ਦਾ ਪਰਦਾ ਫਟ ਗਿਆ, ਦਰਵਾਜ਼ਾ ਖੁੱਲ੍ਹ ਗਿਆ। ਅਸੀਂ ਜਿਸ ਵੇਲੇ ਵੀ ਦੁੱਖਾਂ ਦੇ ਹੁੰਨੇ ਹਾਂ, ਅਸੀਂ ਆਪਣੇ ਦੁੱਖ ਨੂੰ ਲੈ ਕੇ ਉਸ ਦਰਵਾਜ਼ੇ ਦੇ ਰਾਹੀਂ ਅੰਦਰ ਜਾ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚੋਂ ਆਪਣੀ ਦਇਆ ਲੈ ਕੇ ਵਾਪਸ ਆਉਂਦੇ ਹਾਂ। ਸੋ ਆਓ ਅਸੀਂ ਦੇਖੀਏ, ਪ੍ਰਭੂ ਦਾ ਬੰਦਾ ਇਸ ਵੇਲੇ ਦੁੱਖਾਂ ਦੇ ਵਿੱਚ ਬੈਠਾ ਦੁਆ ਕਰਦਾ ਪਿਆ। ਸਾਮ 130, ਜ਼ਬੂਰ 130, ਭਜਨ 130 ਅਸੀਂ ਦੇਖਦੇ ਹਾਂ। ਪਿਆਰੇ ਪ੍ਰਭੂ, ਇਸ ਵਚਨ ਦੇ ਉੱਤੇ ਤੂੰ ਆਪਣਾ ਰਹਿਮ ਪਾਈ, ਦਇਆ ਪਾਈ, ਸਾਡਿਆਂ ਦਿਲਾਂ ਤੱਕ ਇਸ ਨੂੰ ਪਹੁੰਚਾਈ। ਹੇ ਪ੍ਰਭੂ, ਮੈਂ ਡੂੰਘੇ ਦੁੱਖ ਵਿੱਚ ਤੈਨੂੰ ਪੁਕਾਰਿਆ, ਤੂੰ ਮੇਰੀ ਪੁਕਾਰ ਸੁਣ, ਤੂੰ ਆਪਣੇ ਕੰਨ ਮੇਰੀਆਂ ਬੇਨਤੀਆਂ ਤੇ ਲਾ। ਹੇ ਪ੍ਰਭੂ, ਜੇਕਰ ਤੂੰ ਸਾਡੇ ਅਪਰਾਧਾਂ ਦਾ ਹਿਸਾਬ ਕਰੇ ਤਾਂ ਕੌਣ ਤੇਰੇ ਸਾਹਮਣੇ ਖੜਾ ਹੋ ਸਕਦਾ ਹੈ? ਪਰ ਮਾਫੀ ਦਾ ਦਾਨ ਤੇਰੇ ਕੋਲ ਹੈ ਕਿ ਲੋਕ ਤੇਰਾ ਡਰ ਰੱਖਣ। ਮੈਨੂੰ ਪ੍ਰਭੂ ਦੀ ਮਦਦ ਦੀ ਆਸ ਹੈ, ਮੇਰੀ ਉਮੀਦ ਉਸ ਦੇ ਵਚਨ ਤੇ ਹੈ। ਪਹਿਰੇਦਾਰ ਜਿੰਨਾ ਸਵੇਰ ਦੀ ਉਡੀਕ ਕਰਦਾ ਹੈ, ਉਸ ਤੋਂ ਕਿਤੇ ਅਧਿਕ ਪ੍ਰਭੂ ਦੀ ਉਡੀਕ ਕਰਦਾ ਹਾਂ। ਹੇ ਇਸਰਾਏਲ, ਪ੍ਰਭੂ ਤੇ ਆਸ ਰੱਖ। ਪ੍ਰਭੂ ਦਇਆਵਾਨ ਹੈ ਅਤੇ ਵੱਡੇ ਛੁਟਕਾਰੇ ਦਾ ਮਾਲਕ ਹੈ। ਉਹ ਇਜ਼ਰਾਈਲ ਨੂੰ ਹਰ ਤਰ੍ਹਾਂ ਦੇ ਅਪਰਾਧ ਤੋਂ ਛੁਟਕਾਰਾ ਦੇਵੇਗਾ। ਡੂੰਘੇ ਦੁੱਖ ਦੇ ਵਿੱਚ ਪ੍ਰਭੂ ਦਾ ਬੰਦਾ ਬੈਠਾ, ਔਰ ਡੂੰਘੇ ਦੁੱਖ ਦੇ ਵਿੱਚ ਉਹ ਪ੍ਰਭੂ ਦੇ ਅੱਗੇ ਆਪਣੀ ਆਸ ਰੱਖਦੇ ਪਏ। ਇਸ ਵੇਲੇ ਪ੍ਰਭੂ ਦੇ ਜਿਹੜੇ ਇਹ ਲੋਕ ਆ, ਇਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ 70 ਸਾਲ ਦੇ ਲਈ ਬਾਬਲ ਦੀ ਕੈਦ ਦੇ ਵਿੱਚ ਜਾ ਕੇ ਬੈਠੇ ਹੋ। ਇਹਨਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਇਆ ਗਿਆ। 70 ਸਾਲ ਇਹਨਾਂ ਲੋਕਾਂ ਨੇ ਉੱਥੇ ਕੱਟੇ ਆ, ਔਰ ਉਹ ਕਹਿ ਰਹੇ ਆ ਇਹਨਾਂ ਨੂੰ ਕਿ ਤੁਸੀਂ ਸਾਨੂੰ ਗਾ ਕੇ ਸੁਣਾਓ, ਜਿਹੜੇ ਤੁਸੀਂ ਭਜਨ ਗਾਉਂਦੇ ਹੁੰਦੇ ਸੀ, ਸਾਨੂੰ ਗਾ ਕੇ ਸੁਣਾਓ। ਉਹ ਕਹਿੰਦੇ ਸਿਓਨ ਦੇ ਵਿੱਚ ਤਾਂ ਅਸੀਂ ਹੈ ਨਹੀਂ, ਅਸੀਂ ਗਾਈਏ ਕਿਹਦੇ ਲਈ? ਕਿਸ ਤਰ੍ਹਾਂ ਅਸੀਂ ਗਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਡੱਫ ਵਜਾ ਸਕਦੇ ਹਾਂ? ਸੋ ਉਹ ਕੀ ਕਹਿ ਰਹੇ ਆ, ਉਹਨਾਂ ਨੇ ਜਿਹੜਾ ਗੀਤ ਗਾਇਆ ਕਿ ਡੂੰਘੇ ਦੁੱਖ ਦੇ ਵਿੱਚ ਅਸੀਂ ਤੈਨੂੰ ਪੁਕਾਰਿਆ, ਤੂੰ ਸਾਡੇ ਤੇ ਰਹਿਮ ਕਰ, ਤੂੰ ਸਾਡੇ ਤੇ ਦਇਆ ਕਰ।
हे प्रभु असी पाप कीते आ, असी ओ धरती जिहड़ी तू सानू दित्ती सी, असी उस धरती ते तैनू छड्ड के असी बुत परस्ती कीती, असी बुत्तां दे पिछे दौड़े और अंत तू 70 साल दे लई तू सानू इत्थे लैके आया। असी दुखां दे विच अज इत्थे कष्ट दे विच बैठे हाँ। तू सानू आज़ाद कीता सी, आज़ाद लोक बनाया सी, पर असी अपने कम्मां दे करके गुलाम। और क्यों कम्मां दे करके गुलाम आ? कि मैं आ गई सी, मैं आ गई सी। सारियां दुखां दा जिहड़ा कारण आ, वो असी कित्थे देखते हैं? मेरे नाल सब तो पहली पुस्तक दे विच आ जाओ, उसदा तीसरा भाव, उसका तीसरा भाव। उत्पत्ति के पहले भाव दे विच असीं देखते हैं कि प्रभु ने सारियां चीज़ां की रचना की। उसने अपने शब्द दे नाल हर चीज़ रची। और अगर असीं हर चीज़ नूं देखीए ध्यान दे नाल, ते प्रभु ने वो इंसान दे लिए रची, वो इंसान दे लिए रची। ईवन जानवर जिन्ने भी आ, इंसान दे लिए रचे। क्योंकि जानवर जिहड़े आ वो धरती नूं बैलेंस दे विच रखदे आ, हर चीज़ नूं बैलेंस दे विच रखदे आ। और फिर अगर कोई कोई चीज़ बैलेंस दे विच नहीं रखदा, तो इंसान नहीं रखदा। इंसान जिथों दी लंघ जांदा उजाड़ा पाउंदा जांदा। प्रभु ने हर चीज़ इंसान दे लई बनाई। उसने सारियां चीज़ां बना के फिर उसने इंसान नूं पैदा किया। उसने उसनूं अपने हत्थां दे नाल बनाया। और कुछ नहीं सी, मिट्टी दी लोलो सी। सो उसने अपना साह उस दे विच फूकिया, अपनी जान उहदे विच पाई और उसनूं जिंदा किया। प्रभु ने सारा कुछ रच के फिर देखा इकल्ला आ। प्रभु ने उसके उत्ते दया की। उसने उहदे विच्चों ही हिस्सा लिया, उसदी ही पसड़ी लई, उसनूं स्वर्ग दे विच जाके तैयार किया और उसनूं वापस लैके आया और उसने उसनूं पत्नी बना के उसनूं दे दिता। और बाप दी हत्थां दी सुंदरता जिहड़ी आ, वो तुसीं औरत दे विच देख सकते। और प्रभु ने जिसलिए उन्हां नूं उत्थे इकट्ठे किया, ते प्रभु ने उन्हां नूं एक बाग ला के दिता। उस बाग दे विच उन्हां नूं रखिया। मैं थोड़ियां आयतां पढ़ूंगा, घर जाके पहला ते दूजा चैप्टर तुसीं आप पढ़ियो, क्योंकि मैं तीसरे चैप्टर ते आउणा मंगदा। प्रभु ने दूसरे भाव दी मैं सिर्फ 15, 16, 17 आयत पढ़ूंगा, 15 ते 16 पर 17 पढ़ूंगा, बाकी तुसीं आप घर जाके पढ़ियो। प्रभु परमेश्वर ने आदमी नूं लैके अदन दे बाग दे विच रख दिता कि उसदी बागबानी अते राखी करे। परमेश्वर ने उसनूं आग्या दित्ती, तू बाग दा हर रुख दा फल खा सकदा है, पर भले अते बुरे दी पछाण वाले रुख दा फल तू ना खाई, क्योंकि जिस दिन तू उस रुख का फल खाएगा तू जरूर मर जाएगा, तू जरूर मर जाएगा। और ये बड़ी अजीब चीज़ है। सारे कहते रुख का फल लाया क्यों? लाया इस करके कि प्रभु सानू आग्याकारी मंगदा। वो प्रभु परमेश्वर है जिसने सारियां चीज़ां बना के दे दित्तियां। कोई जरूरी है कि उस एक चीज़ के पिछे दौड़ना सी? वो एक चीज़ के पिछे दौड़ना कोई जरूरी सीगा? वो सिर्फ एक आग्याकारी सी, ओबीडियंस सी कि ये ओबीडियंस मेरी ओबीडियंस करदा कि नहीं करदा सी उस दे विच। और होर भी उसदे कई कारण सी जिहड़े असीं बाद दे विच देखांगे, पर अज असीं अपना फोकस जिथे हैगा उत्थे ही रखांगे। तीजे भाव च असीं आ गए। प्रभु परमेश्वर दे बनाए जंगली प्राणियां विच सप सब तो वध चलाक सी। सप ने औरत नूं कहा कि यह सच है कि परमेश्वर ने तुहानूं बाग दे किसी रुख दा फल खाण तो मना कीता है। सो उसका सवाल दा करन दा तरीका देखो।
ਤੁਹਾਨੂੰ ਕਿਸੇ ਚੀਜ਼ ਦੀ ਉਸਨੇ ਮਨਾਹੀ ਵੀ ਕੀਤੀ ਆ? ਇਹ ਸਭ ਕੁਝ ਤੁਹਾਨੂੰ ਬਣਾ ਕੇ ਦਿੱਤਾ? ਹਾਂ, ਔਰਤ ਨੇ ਸੱਪ ਨੂੰ ਉੱਤਰ ਦਿੱਤਾ, ਬਾਗ ਦੇ ਕਿਸੇ ਵੀ ਰੁੱਖ ਦਾ ਫਲ ਖਾਣ ਦੀ ਸਾਨੂੰ ਖੁੱਲੀ ਛੁੱਟੀ ਹੈ, ਪਰ ਜੋ ਰੁੱਖ ਬਾਗ ਦੇ ਵਿਚਕਾਰ ਹੈ ਉਸ ਦਾ ਫਲ ਖਾਣ ਤੋਂ ਸਾਨੂੰ ਮਨਾ ਕੀਤਾ ਗਿਆ ਹੈ, ਇੱਥੋਂ ਤੱਕ ਕਿ ਅਸੀਂ ਉਸ ਨੂੰ ਛੂ ਵੀ ਨਹੀਂ ਸਕਦੇ, ਕਿਤੇ ਮਰ ਨਾ ਜਾਈਏ, ਕਿਤੇ ਮਰ ਨਾ ਜਾਈਏ। ਅੱਛਾ, ਸੱਪ ਨੇ ਔਰਤ ਨੂੰ ਕਿਹਾ, ਨਹੀਂ, ਤੁਸੀਂ ਬਿਲਕੁਲ ਨਹੀਂ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਰੁੱਖ ਦਾ ਫਲ ਖਾਵੋਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਦੇ ਵਾਂਗ ਭਲੇ ਅਤੇ ਬੁਰੇ ਨੂੰ ਪਹਿਚਾਣ ਸਕੋਗੇ, ਜਾਣ ਸਕੋਗੇ। ਕਾਰਨ ਕੀ ਹੈ? ਮੁਸੀਬਤ ਇੱਥੇ ਦੇਖੋ ਕੀ ਹੈ। ਮੁਸੀਬਤ ਇਹ ਨਹੀਂ ਕਿ ਉਹਨਾਂ ਨੇ ਉਹ ਫਲ ਖਾਧਾ, ਮੁਸੀਬਤ ਇਹ ਆ ਕਿ ਉਹ ਪਰਮੇਸ਼ਵਰ ਦੇ ਬਰਾਬਰ ਬਣਨਾ ਮੰਗਦੇ ਆ। ਸੋ ਉਹ ਇਹ ਕਹਿ ਰਿਹਾ ਕਿ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਆ ਉਹ ਤਾਂ ਤੁਸੀਂ ਜਾਣਦੇ ਆ, ਤੁਸੀਂ ਇੱਕ ਚੀਜ਼ ਨਹੀਂ ਜਾਣਦੇ ਜਿਹੜਾ ਪਰਮੇਸ਼ਵਰ ਜਾਣਦਾ, ਉਹ ਹੈ ਭਲੇ ਤੇ ਬੁਰੇ ਦੀ ਪਹਿਚਾਣ। ਅਗਰ ਤੁਸੀਂ ਉਹ ਗਿਆਨ ਤੁਹਾਨੂੰ ਆ ਗਿਆ, ਅਗਰ ਤੁਹਾਨੂੰ ਉਹ ਗਿਆਨ ਆ ਗਿਆ ਤੇ ਬਸ ਤੁਸੀਂ ਪਰਮੇਸ਼ਵਰ ਦੇ ਬਰਾਬਰ। ਔਰ ਇਸੇ ਕਰਕੇ ਸਾਰੀ ਦੁਨੀਆ ਗਿਆਨ ਦੇ ਪਿੱਛੇ ਦੌੜੀ ਫਿਰਦੀ ਆ ਕਿ ਜੇ ਗਿਆਨ ਹੋ ਜਾਵੇ ਤਾਂ ਅੱਖਾਂ ਖੁੱਲ ਜਾਂਦੀਆਂ। ਉਹ ਵੀ ਇਦਾਂ ਹੀ ਕਹਿੰਦੇ ਆ, ਕੋਈ ਕਿਸੇ ਦੀ ਤੀਸਰੀ ਅੱਖ ਖੋਲਦੀ ਪਈ ਆ, ਕਿਸੇ ਦਾ ਕੁਛ ਖੋਲਦਾ ਪਿਆ, ਅੱਖ ਖੁਲਾਉਣੀ ਮੰਗਦੇ ਆ ਕੋਈ, ਕਿ ਗਿਆਨ ਬੰਦੇ ਨੂੰ ਹੋ ਜਾਵੇ ਤਾਂ ਅੱਖਾਂ ਖੁੱਲ ਜਾਂਦੀਆਂ। ਔਰ ਇਹੋ ਹੀ ਚੀਜ਼ ਕੌਣ ਕਹਿ ਰਿਹਾ? ਸ਼ੈਤਾਨ ਕਹਿ ਰਿਹਾ, ਸੱਪ ਕਹਿ ਰਿਹਾ। ਔਰ ਉਹ ਜਿੰਨੇ ਵੀ ਉਹ ਗਿਆਨ ਦੇ ਰਹੇ ਆ ਉਹ ਕਿਹਦੇ ਵੱਲੋਂ ਆ? ਇਹਦੇ ਵੱਲੋਂ ਹੀ ਆ। ਪ੍ਰਭੂ ਦੇ ਸ਼ਬਦ ਦੇ ਵਿੱਚ ਬਹੁਤ ਕੁਛ ਲੁਕਿਆ ਹੁੰਦਾ ਜਿਹੜਾ ਅਸੀਂ ਦੇਖਦੇ ਨਹੀਂ। ਇਹ ਸਾਡੇ ਇਹ ਜਿਹੜਾ ਪ੍ਰਭੂ ਦੇ ਵਚਨ ਦੇ ਇਹ ਹਿੱਸੇ ਆ, ਇਹ ਸਾਡੇ ਲੋਕਾਂ ਦੇ ਲਈ ਪ੍ਰਭੂ ਨੇ ਰੱਖੇ ਆ। ਪ੍ਰਭੂ ਨੇ ਹਰ ਇਨਸਾਨ ਦੇ ਲਈ ਰੱਖਿਆ। ਗੋਰਿਆਂ ਦੇ ਲਈ ਇਸਦਾ ਕੋਈ ਮਤਲਬ ਨਹੀਂ। ਉਹਨਾਂ ਨੂੰ ਆਈਜ਼ ਆਰ ਓਪਨ, ਫਿਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਨੰਗੇ ਹਾਂ, ਗੱਲ ਖਤਮ, ਉੱਥੋਂ ਤੁਰ ਪੈਂਦੇ ਆ। ਲੇਕਿਨ ਸਾਨੂੰ ਇਸ ਚੀਜ਼ ਦਾ ਬੜਾ, ਕਿਉਂਕਿ ਸਾਡੇ ਇਹ ਗਿਆਨ ਵੰਡਿਆ ਜਾਂਦਾ ਉੱਥੇ, ਇਹ ਗਿਆਨ ਲੈਣ ਦੇ ਲਈ ਲੋਕ ਦੌੜੇ ਫਿਰਦੇ ਆ। ਇਹ ਗਿਆਨ ਹੋ ਜਾਵੇ ਜੀ, ਬਸ ਕੋਈ ਦੇ ਦੇਵੇ ਸਾਨੂੰ ਕੁਛ ਜਿਹਦੇ ਨਾਲ ਸਾਡੀਆਂ ਅੱਖਾਂ ਖੁੱਲ ਜਾਣ। ਔਰ ਜਿਹਦੀਆਂ ਖੁੱਲ ਜਾਂਦੀਆਂ ਖੁਦ ਬਾਬਾ ਬਣ ਕੇ ਬਹਿ ਜਾਂਦਾ, ਇੱਕ ਹੋਰ ਬਾਬਾ ਬਣ ਜਾਂਦਾ, ਰਾਈਟ। ਸੋ ਇਹ ਚੀਜ਼ ਚੱਲਦੀ ਪਈ। ਹੁਣ ਦੇਖੋ ਧਿਆਨ ਦੇ ਨਾਲ, ਔਰਤ ਨੇ ਦੇਖਿਆ ਕਿ ਉਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ, ਦੇਖਣ ਦੇ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਉੱਤੇ ਲਿਖਿਆ ਤਾਂ ਹੈ ਨਹੀਂ ਸੀਗਾ, ਕੁਛ ਨਹੀਂ ਲਿਖਿਆ ਸੀ ਉਸ ਰੁੱਖ ਤੇ। ਹੁਣ ਕੀ ਹੋਇਆ? ਕਿਉਂਕਿ ਉਹ ਜਿਹੜੀ ਗੱਲ ਉਹ ਮਨ ਨੂੰ ਲੱਗ ਗਈ। ਔਰ ਜਿਸ ਵੇਲੇ ਸਾਡੇ ਮਨ ਨੂੰ ਕੋਈ ਗੱਲ ਲੱਗ ਜਾਏ ਤਾਂ ਫਿਰ ਅਸੀਂ ਬੁਰਾਈ ਨਹੀਂ ਦੇਖਦੇ। ਤੁਸੀਂ ਦੇਖੋ, ਜਿਹੜੇ ਹਸਬੈਂਡ ਵਾਈਫ ਜਿਹੜੇ ਹੁੰਦੇ ਆ, ਜਿਸ ਵੇਲੇ ਉਹਨਾਂ ਦੀ ਕਈਆਂ ਦੀ ਲਵ ਮੈਰਿਜ ਹੋਈ ਹੁੰਦੀ ਆ, ਉਹ ਜਿਸ ਵੇਲੇ ਉਹਨਾਂ ਦੇ ਵਿੱਚ ਲੜਾਈ ਕਿਉਂ ਹੁੰਦੀ ਹੈ, ਉਹਦਾ ਇੱਕ ਕਾਰਨ, ਜਿਸ ਵੇਲੇ ਇੱਕ ਦੂਜੇ ਨੂੰ ਡੇਟ ਕਰ ਰਹੇ ਹੁੰਦੇ ਨਾ, ਉਹ ਬੁਰਾਈ ਨਹੀਂ ਦੇਖਦੇ ਇੱਕ ਦੂਜੇ ਦੀ, ਉਹਨੂੰ ਪਿੱਛੇ ਕਰੀ ਜਾਣਾ। ਪਰ ਉਹ ਪੈਕੇਜ ਪੂਰਾ ਆਉਂਦਾ ਘਰ, ਉਹ ਚੰਗਿਆਈ ਤੇ ਬੁਰਾਈ ਦਾ ਜਿਹੜਾ ਪੈਕੇਜ ਆ ਉਹ ਘਰ ਆਉਂਦਾ ਪੂਰੇ ਦਾ ਪੂਰਾ। ਔਰ ਫਿਰ ਜਿਸ ਲਈ ਉਹ ਲੜਦੇ ਆ ਆਪਸ ਦੇ ਵਿੱਚ, ਤਾਂ ਫਿਰ ਸਿਰਫ ਬੁਰਾਈ ਦੇਖਦੇ ਇੱਕ ਦੂਜੇ ਦੀ, ਫਿਰ ਉਹ ਚੰਗਿਆਈਆਂ ਭੁੱਲ ਜਾਂਦੇ ਆ। ਇਸ ਵੇਲੇ ਇਸਨੇ ਇਹਦੀਆਂ ਜਿਹੜੀਆਂ ਅੱਖਾਂ ਆ ਪ੍ਰਭੂ ਤੋਂ ਦੂਰ ਹੋ ਗਈਆਂ, ਔਰ ਇਸਨੇ ਆਪੇ ਹੀ ਗੱਲਾਂ ਬਣਾਉਣੀਆਂ ਸ਼ੁਰੂ ਕਰ ਲਈਆਂ, ਆਪਣੇ ਮਨ ਦੇ ਵਿੱਚ ਆਪੇ ਹੀ ਗੱਲਾਂ ਬਣਾਉਣੀਆਂ ਸ਼ੁਰੂ ਕਰ ਲਈਆਂ ਕਿ ਇਹ ਖਾਣ ਨੂੰ ਚੰਗਾ ਆ, ਇਹ ਇਨਸਾਨ ਨੂੰ ਬੁੱਧੀਮਾਨ ਬਣਾ ਸਕਦਾ, ਸੋ ਇਸ ਲਈ ਉਸਨੇ ਤਿੰਨ ਚੀਜ਼ਾਂ ਕਹੀਆਂ, ਦੇਖਣ ਦੇ ਵਿੱਚ ਸੁੰਦਰ ਹੈ, ਖਾਣ ਦੇ ਲਈ ਚੰਗਾ ਹੈ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ। ਸੋ ਉਸਨੇ ਉਹਦੀ ਐਡਵਰਟਾਈਜ਼ਮੈਂਟ ਆਪੇ ਹੀ ਕਰ ਲਈ। ਜਦੋਂ ਹਰੇਕ ਚੀਜ਼ ਦੀ ਐਡਵਰਟਾਈਜ਼ਮੈਂਟ ਨਹੀਂ ਕਰਦੇ ਹੁੰਦੇ, ਉਹਨੇ ਆਪੇ ਹੀ ਕਰ ਲਈ ਵੀ ਇਹ ਖਾਣ ਨੂੰ ਚੰਗਾ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ
ਕੁਝ ਆਪ ਖਾਧਾ ਅਤੇ ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਉਸ ਤੋਂ ਲੈ ਕੇ ਖਾ ਲਿਆ। ਕਿੰਨੀ ਦੂਰ ਖੜੇ ਭਾਈ ਸਾਹਿਬ। ਅੱਛਾ, ਹੁਣ ਅਸੀਂ ਸਰਮਨਸ ਦੇ ਵਿੱਚ ਜਿਹੜੇ ਪਾਸਟਰ ਨਾ, ਸਰਮਨਸ ਦੇ ਵਿੱਚ ਔਰਤ ਨੂੰ ਇੰਨਾ ਨਿੰਦਦੇ ਆ ਜੀ ਕਿ ਔਰਤ ਨੇ ਇਹ ਖਾਧਾ ਸੀ, ਉਸਨੇ ਆਹ ਖਾਧਾ ਸੀ। ਇਸੇ ਹੀ ਕਰਕੇ ਇਸਲਾਮ ਦੇ ਵਿੱਚ ਵੀ, ਕਿਉਂਕਿ ਉਹਨਾਂ ਦੇ ਵਿੱਚ ਵੀ ਇਹ ਹੈਗਾ ਨਾ, ਉਹਨਾਂ ਨੇ ਔਰਤ ਦੇ ਉੱਤੇ ਤੰਬੂ ਪਾਤਾ ਵਿਚਾਰੀਆਂ ਦੇ ਉੱਤੇ, ਤੂੰ ਹਿਜਾਬ ਪਾ ਕੇ ਰੱਖ, ਤੂੰ ਆਹ ਕਰ। ਕੋਈ ਕਹਿ ਰਿਹਾ ਇਹ ਪੈਰ ਦੀ ਜੁੱਤੀ ਆ, ਕੋਈ ਕੁਛ ਕਹਿ ਰਿਹਾ। ਇਹ ਕਿਉਂ? ਕਿਉਂਕਿ ਜੀ ਔਰਤ ਨੇ ਉਹ ਪਾਪ ਦੇ ਵਿੱਚ ਲੈ ਕੇ ਗਈ ਹੈ। ਤੇ ਭਾਈ ਸਾਹਿਬ ਲਾਗੇ ਹੀ ਖੜੇ ਆ। ਉਸਨੇ ਕੁਛ ਆਪ ਖਾਧਾ, ਕੁਛ ਉਹਨੂੰ ਦਿੱਤਾ, ਲੈ ਭਾਈ ਤੂੰ ਵੀ ਖਾ ਲਾ। ਆਗਿਆ ਕਿਹਨੂੰ ਦਿੱਤੀ ਸੀ? ਔਰਤ ਨੂੰ ਕਿ ਆਦਮ ਨੂੰ? ਆਦਮ ਨੂੰ ਆਗਿਆ ਦਿੱਤੀ ਸੀ ਨਾ। ਉਹਦਾ ਫਰਜ਼ ਨਹੀਂ ਸੀ ਬਣਦਾ ਕਿ ਨਹੀਂ ਭਾਈ, ਨੋ 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 ਨੋ, ਡੋਂਟ ਟੱਚ ਇਟ, ਰਹਿਣ ਦੇ ਇਸ ਨੂੰ ਲੱਗਾ। ਦੇਖ ਸਾਨੂੰ ਪ੍ਰਭੂ ਨੇ ਕੀ ਕੁਛ ਦਿੱਤਾ। ਹਰ ਚੀਜ਼ ਫਲ ਦਿੰਦੀ ਆ, ਹਰ ਚੀਜ਼ ਸਾਡੇ ਲਈ ਬਰਕਤ ਪੈਦਾ ਕਰਦੀ ਪਈ ਆ। ਹਰ ਚੀਜ਼ ਕੰਡੇ ਤੋਂ ਬਗੈਰ, ਕੁੜੱਤਣ ਤੋਂ ਬਗੈਰ, ਹਰ ਤਰ੍ਹਾਂ ਦੀ ਮਹਿਕ ਪ੍ਰਭੂ ਨੇ ਇੱਥੇ ਰੱਖੀ ਆ। ਹਰ ਜਾਨਵਰ ਸਾਡਾ ਮਿੱਤਰ ਆ। ਪ੍ਰਭੂ ਦੀ ਬਰਕਤ ਦੇਖ। ਉਸਨੇ ਪ੍ਰਭੂ ਦੀ ਬਰਕਤ ਨਹੀਂ ਦੇਖੀ, ਔਰ ਉਸਨੂੰ ਵੀ ਇਹ ਲੱਗਾ ਕਿ ਹਾਂ ਇਹ ਸੱਚਮੁੱਚ ਜਿਹੜਾ ਇਹ ਖਾਣ ਨੂੰ ਨਹੀਂ ਦਿੱਤਾ ਸਾਨੂੰ, ਇਹ ਕੋਈ ਗੱਲ ਆ ਇਹਦੇ 'ਚ ਛੁਪੀ। ਇਹ ਸਾਨੂੰ ਪ੍ਰਭੂ ਪਰਮੇਸ਼ਰ ਦੇ ਬਰਾਬਰ ਬਣਾ ਸਕਦਾ। ਪ੍ਰਭੂ ਪਰਮੇਸ਼ਰ ਨੂੰ ਜਿਸ ਵੇਲੇ ਪੁੱਛਿਆ ਸੀ ਨਾ ਮੂਸਾ ਨੇ, ਤੇਰਾ ਨਾਮ ਕੀ ਹੈ? ਉਸਨੇ ਕਿਹਾ ਮੈਂ ਹਾਂ ਜੋ ਮੈਂ ਹਾਂ। ਇਸ ਕਰਕੇ ਉਸਨੂੰ ਖੁਦਾ ਕਿਹਾ ਜਾਂਦਾ, ਕਿਉਂਕਿ ਉਹ ਖੁਦ ਹੀ ਹੈ, ਖੁਦ ਹੀ ਹੈ। ਸੋ ਇੱਥੇ ਉਹ ਮੈਂ ਹਾਂ ਦੇ ਬਰਾਬਰ ਬਣਨਾ ਚਾਹੁੰਦੇ ਪਏ। ਸੋ ਕੀ ਹੋਇਆ? ਪਹਿਲੀ ਚੀਜ਼, ਸੋ ਇਹ ਕਰਨ ਤੇ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਜਾਣ ਗਏ ਕਿ ਉਹ ਨੰਗੇ ਹਨ। ਇਸ ਲਈ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਜੋੜ ਕੇ ਆਪਣੇ ਲਈ ਲੰਗੋਟ ਬਣਾਏ, ਔਰ ਸਾਂਝ ਦੇ ਵੇਲੇ ਉਹ ਦੋਹਾਂ ਆਦਮੀ ਅਤੇ ਔਰਤ ਨੇ ਸਾਂਝ ਦੇ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਨੇ ਪ੍ਰਭੂ ਪਰਮੇਸ਼ਰ ਦੇ ਬਾਗ ਦੇ ਵਿੱਚ ਚੱਲਣ ਦੀ ਆਵਾਜ਼ ਸੁਣੀ। ਤਦ ਉਹਨਾਂ ਆਪਣੇ ਆਪ ਨੂੰ ਬਾਗ ਦਿਆਂ ਰੁੱਖਾਂ ਦੇ ਵਿੱਚ ਪਰਮੇਸ਼ਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਸੋ ਸਭ ਤੋਂ ਪਹਿਲੇ ਦੇਖੋ ਕਿਹੜੀ ਚੀਜ਼, ਪ੍ਰਭੂ ਪਰਮੇਸ਼ਰ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ। ਉਸ ਨੂੰ ਪਤਾ ਇਹਨਾਂ ਨੇ ਕੀਤਾ ਕੀ ਆ, ਲੇਕਿਨ ਫਿਰ ਵੀ ਪ੍ਰਭੂ ਪਰਮੇਸ਼ਰ ਆਇਆ। ਪ੍ਰਭੂ ਫਿਰ ਆਇਆ। ਉਸ ਨੂੰ ਪਤਾ ਕਿ ਇਹਨਾਂ ਨੇ ਮੇਰੀ ਆਗਿਆ ਤੋੜੀ ਆ। ਉਸ ਨੂੰ ਪਤਾ ਕਿ ਇਹਨਾਂ ਨੇ ਆਪਣੇ ਆਪ ਨੂੰ ਇੰਜਰਡ ਕਰ ਲਿਆ, ਇਹਨਾਂ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ ਆ। ਇਹਨਾਂ ਨੂੰ ਮੇਰੀ ਲੋੜ ਆ। ਪ੍ਰਭੂ ਆਇਆ। ਉਹਨਾਂ ਨੇ ਆਪਣੇ ਆਪ ਨੂੰ ਪੱਤਿਆਂ ਦੇ ਵਿੱਚ ਲਗੋਟ ਬਣਾ ਕੇ ਆਪਣੇ ਆਪ ਨੂੰ ਲੁਕਾਉਣਾ ਚਾਹਿਆ, ਔਰ ਫਿਰ ਜਾ ਕੇ ਦਰਖਤਾਂ ਦੇ ਵਿੱਚ ਫਿਰ ਲੁਕ ਗਏ, ਫਿਰ ਜਾ ਕੇ ਲੁਕ ਗਏ। ਪ੍ਰਭੂ ਫੇਰ ਆਇਆ ਔਰ ਲੱਭਦਾ ਪਿਆ। ਉਸਨੂੰ ਪਤਾ ਕਿੱਥੇ ਲੁਕੇ ਹੋ। ਇਹ ਨਹੀਂ ਕਿ ਉਸਨੂੰ ਨਹੀਂ ਪਤਾ ਕਿੱਥੇ ਲੁਕੇ ਹੋ। ਔਰ ਪ੍ਰਭੂ ਨੇ, ਦੇਖੋ ਪ੍ਰਭੂ ਨੇ ਕੀ ਉਹਨਾਂ ਨੂੰ ਕਹਿੰਦਾ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ। ਉਸਨੂੰ ਆਵਾਜ਼ ਮਾਰੀ, ਆਦਮ ਤੂੰ ਕਿੱਥੇ ਆ? ਤੂੰ ਕਿੱਥੇ ਆ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਇੱਕ ਸਮਾਂ ਸੀ ਜਦ ਪ੍ਰਭੂ ਬਾਗ ਦੇ ਵਿੱਚ ਆਉਂਦਾ ਸੀ ਤਾਂ ਉਹ ਪ੍ਰਭੂ ਦੇ ਵੱਲ ਨੂੰ ਦੌੜਦੇ ਸੀ। ਪ੍ਰਭੂ ਦੀ ਹਜ਼ੂਰੀ ਜਿਸ ਲਈ ਉੱਥੇ ਆਉਂਦੀ ਸੀ ਤਾਂ ਉਹਦੇ ਵੱਲ ਨੂੰ ਦੌੜਦੇ ਸੀ। ਪ੍ਰਭੂ ਨੂੰ ਬਰਾਬਰ ਬਣਨ ਦੀ ਚਾਹ ਰੱਖਦਿਆਂ ਨੇ ਆਪਣਾ ਆਪ ਤਬਾਹ ਕਰ ਲਿਆ। ਹੁਣ ਉਸ ਤੋਂ ਲੁਕਦੇ ਪਏ, ਉਸ ਤੋਂ ਲੁਕਦੇ ਪਏ ਆ। ਔਰ ਪੱਤੇ ਅਸੀਂ ਅੱਜ ਵੀ ਬੰਨ੍ਹਦੇ ਹਾਂ। ਕਿਸੇ ਨੇ ਨੀਲੇ ਪਾਇਓ ਆ, ਕਿਸੇ ਨੇ ਚਿੱਟੇ ਪਾਇਓ ਆ, ਕਿਸੇ ਨੇ ਹਰੇ ਪਾਇਓ ਆ।
ਕਿਸੇ ਨੇ ਲਾਲ ਪਾਇਓ ਆ, ਕਿਸੇ ਨੇ ਗੁਲਾਬੀ ਪਾਇਓ ਆ। ਅੱਜ ਵੀ ਉਹਨਾਂ ਕੱਪੜਿਆਂ ਦੇ ਵਿੱਚ ਲੁਕਦੇ ਫਿਰਦੇ ਆ, ਪਰ ਲੁਕ ਨਹੀਂ ਸਕਦੇ। ਤੂੰ ਕਿੱਥੇ ਆ? ਮੈਂ ਤੇਰੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ? ਕੀ ਕਿਤੇ ਤੂੰ ਉਹ ਫਲ ਤਾਂ ਨਹੀਂ ਖਾ ਲਿਆ ਜਿਸ ਦੇ ਖਾਣ ਦੀ ਆਗਿਆ ਮੈਂ ਤੈਨੂੰ ਨਹੀਂ ਦਿੱਤੀ ਸੀ? ਤੂੰ ਕਿਤੇ ਉਹ ਫਲ ਤਾਂ ਨਹੀਂ ਖਾ ਲਿਆ? ਸਵਾਲ ਦੇਖੋ, ਕੀ ਪ੍ਰਭੂ ਨੂੰ ਪਤਾ ਨਹੀਂ? ਉਸ ਨੂੰ ਪਤਾ ਆ, ਉਸ ਨੂੰ ਪਤਾ ਆ। ਲੇਕਿਨ ਦੇਖੋ, ਪ੍ਰਭੂ ਨੇੜਤਾ ਮੰਗਦਾ ਪਿਆ ਉਹਨਾਂ ਦੇ ਨਾਲ। ਫਿਰ ਉਹਨਾਂ ਦੇ ਲਾਗੇ ਨੂੰ ਜਾ ਰਿਹਾ, ਫਿਰ ਉਹਨਾਂ ਦੇ ਕੋਲ ਆ ਰਿਹਾ ਕਿ ਕੰਮ ਆ ਜਾਓ ਬਾਹਰ, ਕੋਈ ਨਹੀਂ, ਕੋਈ ਨਹੀਂ, ਮੈਂ ਤੁਹਾਡੇ ਲਈ ਹੀ ਇਸ ਬਾਗ ਦੇ ਵਿੱਚ ਆਇਆ, ਮੈਂ ਤੁਹਾਨੂੰ ਹੀ ਲੱਭਦਾ ਪਿਆ। ਪ੍ਰਭੂ ਯਿਸੂ ਮਸੀਹ ਜਿਸ ਵੇਲੇ ਮੱਤੀ ਦੇ ਘਰ ਬੈਠੇ ਸੀ ਔਰ ਜ਼ਕਈ ਦੇ ਘਰ ਬੈਠੇ ਸੀ, ਜਿਹੜੇ ਉੱਥੇ ਦੇ ਫਰੀਸੀ ਸਦੂਕੀ ਗ੍ਰੰਥੀ ਜਿਹੜੇ ਸੀਗੇ, ਉਹ ਕਹਿੰਦੇ ਕਿ ਇਸ ਬੰਦੇ ਨੂੰ ਪਤਾ ਨਹੀਂ ਇਹ ਕਿੱਦਾਂ ਦਾ ਇਨਸਾਨ ਆ, ਇੱਕ ਟੈਕਸ ਲੈਣ ਵਾਲੇ ਦੇ ਘਰ ਇਹ ਬੈਠਾ ਆ ਔਰ ਉਹਦੇ ਨਾਲ ਬੈਠ ਕੇ ਖਾਂਦਾ ਪਿਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ, ਮੈਂ ਪਾਪੀ ਨੂੰ ਲੱਭਣ ਤੇ ਬਚਾਉਣ ਆਇਆ, ਪਾਪੀ ਨੂੰ ਲੱਭਣ ਤੇ ਬਚਾਉਣ ਆਇਆ। ਔਰ ਮੱਤੀ ਦੇ ਲਈ ਕੀ ਕਿਹਾ ਸੀ? ਕਿਸੇ ਨਿਰੋਗ, ਜਿਹੜਾ ਬੰਦਾ ਚੰਗਾ ਭਲਾ, ਉਸਨੂੰ ਵੈਦ ਦੀ ਲੋੜ ਨਹੀਂ, ਉਸਨੂੰ ਵੈਦ ਦੀ ਲੋੜ ਨਹੀਂ। ਪਰ ਜਿਹੜਾ ਇਨਸਾਨ ਰੋਗ ਦੇ ਵਿੱਚ ਆ, ਉਸਨੂੰ ਵੈਦ ਦੀ ਲੋੜ ਆ। ਜਾਓ, ਇਸ ਦਾ ਮਤਲਬ ਸਮਝੋ, ਮੈਂ ਦਇਆ ਲੈ ਕੇ ਆਇਆ, ਮੈਂ ਦਇਆ ਲੈ ਕੇ ਆਇਆ। ਪ੍ਰਭੂ ਇੱਥੇ ਦਇਆ ਲੈ ਕੇ ਆ ਰਿਹਾ, ਕੋਈ ਫਰਕ ਨਹੀਂ ਪੁਰਾਣੇ ਨਿਯਮ ਦਾ ਤੇ ਨਵੇਂ ਨਿਯਮ ਦਾ। ਪ੍ਰਭੂ ਪਰਮੇਸ਼ਰ ਉਹੀ ਆ, ਇਹ ਯਿਸੂ ਆ ਜਿਹੜਾ ਆਉਂਦਾ ਪਿਆ। ਦੇਖਿਆ ਜਾਣ ਵਾਲਾ ਰੂਪ ਇੱਕੋ ਹੀ ਆ ਪਰਮੇਸ਼ਰ ਦਾ, ਉਹ ਯਿਸੂ ਮਸੀਹ ਆ। ਉਹ ਪੁਰਾਣੇ ਨਿਯਮ ਦੇ ਵਿੱਚ ਵੀ ਯਿਸੂ ਮਸੀਹ ਆ ਤੇ ਨਵੇਂ ਨਿਯਮ ਦੇ ਵਿੱਚ ਵੀ ਯਿਸੂ ਮਸੀਹ ਆ। ਜਦ ਅਸੀਂ ਜਾ ਕੇ ਚਿਹਰਾ ਦੇਖਣਾ ਤੇ ਅਸੀਂ ਯਿਸੂ ਮਸੀਹ ਦਾ ਚਿਹਰਾ ਦੇਖਣਾ। ਪ੍ਰਭੂ ਫੇਰ ਉਹਨਾਂ ਦੇ ਵੱਲ ਨੂੰ ਆ ਰਿਹਾ, ਉਹਨਾਂ ਦੀ ਨਜ਼ਦੀਕੀ ਦੇ ਵੱਲ ਨੂੰ ਆ ਰਿਹਾ। ਔਰ ਉਸਨੇ ਕਿਹਾ, ਆਦਮੀ ਨੇ ਪ੍ਰਭੂ ਪਰਮੇਸ਼ਵਰ ਨੂੰ ਉੱਤਰ ਦਿੱਤਾ, ਕਿਤੇ ਤੂੰ ਉਹ ਫਲ ਤਾਂ ਨਹੀਂ ਖਾ ਲਿਆ? ਔਰ ਉਹ ਸਮਾਂ ਕੀ ਸੀ? ਮਾਫੀ ਮੰਗਣ ਦਾ। ਮਾਫੀ ਮੰਗਣ ਦਾ ਸਮਾਂ ਸੀ ਕਿ ਹੇ ਪ੍ਰਭੂ ਪਰਮੇਸ਼ਰ, ਤੂੰ ਮਾਫ ਕਰ, ਸਾਡੇ ਕੋਲੋਂ ਗਲਤੀ ਹੋਈ। ਹੁਣ ਦੇਖੋ ਗਲਤੀ ਕਿਹਦੀ ਕੱਢਣਗੇ, ਅੱਖਾਂ ਜੋ ਖੁੱਲ ਗਈਆਂ। ਆਦਮੀ ਨੇ ਪਰਮੇਸ਼ਰ ਨੂੰ ਉੱਤਰ ਦਿੱਤਾ ਕਿ ਉਸ ਔਰਤ ਨੇ ਜਿਸ ਨੂੰ ਤੂੰ ਮੈਨੂੰ ਦਿੱਤਾ ਹੈ, ਉਹ ਰੁੱਖ ਦਾ ਫਲ ਮੈਨੂੰ ਖਾਣ ਦੇ ਲਈ ਦਿੱਤਾ ਤੇ ਮੈਂ ਖਾ ਲਿਆ। ਸੋ ਕਸੂਰ ਕਿਹਦਾ? ਪਰਮੇਸ਼ਵਰ ਦਾ। ਤੂੰ ਉਹ ਔਰਤ ਮੈਨੂੰ ਦਿੱਤੀ ਹੈ, ਜੇ ਤੂੰ ਨਾ ਦਿੰਦਾ ਤੇ ਮੈਂ ਨਾ ਖਾਂਦਾ। ਉਹ ਔਰਤ ਜਿਹੜੀ ਤੂੰ ਮੈਨੂੰ ਦਿੱਤੀ ਹੈ, ਸੋ ਕਸੂਰ ਜਿਹੜਾ ਉਹ ਪ੍ਰਭੂ ਪਰਮੇਸ਼ਵਰ ਦਾ। ਔਰਤ ਨੇ ਕਿਹਾ, ਪ੍ਰਭੂ ਪਰਮੇਸ਼ਵਰ ਨੇ ਔਰਤ ਨੂੰ ਕਿਹਾ ਕਿ ਤੂੰ ਇਹ ਕੀ ਕੀਤਾ ਹੈ? ਉਸ ਇੱਕ ਹੋਰ ਉਹਨਾਂ ਨੂੰ ਮੌਕਾ ਮਿਲਦਾ ਪਿਆ ਮਾਫੀ ਦਾ। ਇਹ ਤੂੰ ਕੀ ਕੀਤਾ? ਔਰਤ ਨੇ ਪ੍ਰਭੂ ਪਰਮੇਸ਼ਵਰ ਨੂੰ ਉੱਤਰ ਦਿੱਤਾ, ਸੱਪ ਨੇ ਮੈਨੂੰ ਕਿਹਾ ਤੇ ਮੈਂ ਖਾ ਲਿਆ। ਤੋ ਸੱਪ ਵੀ ਤੂੰ ਬਣਾਇਆ, ਇਹ ਵੀ ਕਸੂਰ ਤੇਰਾ ਹੀ ਆ। ਹੁਣ ਦੇਖੋ ਫਰਕ, ਦੇਖਿਓ ਇਹਦਾ। ਹੁਣ ਉਲਟ ਦੇਖੋ, ਜਿਸ ਲਈ ਅਸੀਂ ਪ੍ਰਭੂ ਦੇ ਕੋਲ ਆਉਂਦੇ, ਪ੍ਰਭੂ ਪਰਮੇਸ਼ਰ ਦੇ ਕੋਲ ਆਉਂਦੇ ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਕੋਈ ਆਪਣਾ ਦੁੱਖ ਲੈ ਕੇ ਆਉਂਦੇ। ਸਭ ਤੋਂ ਪਹਿਲਾਂ ਸ਼ੁਰੂਆਤ ਤਾਂ ਉੱਥੋਂ ਹੁੰਦੀ ਹੈ ਨਾ। ਜਾਂ ਕੋਈ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਕਸ਼ਟ ਚੱਲਦਾ ਪਿਆ, ਘਰ ਦੇ ਵਿੱਚ ਕਲਾ ਚੱਲਦੀ ਪਈ ਆ, ਬਿਮਾਰੀ ਆ, ਇਸ ਕਰਕੇ ਅਸੀਂ ਪ੍ਰਭੂ ਕੋਲ ਆਉਂਦੇ ਹਾਂ। ਸਾਨੂੰ ਇਹ ਤਾਂ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਪਾਪੀ ਤਾਂ ਬਾਕੀ ਦੀ ਦੁਨੀਆ ਹੁੰਦੀ ਨਾ, ਅਸੀਂ ਤਾਂ ਹੁੰਦੇ ਹੀ ਨਹੀਂ। ਪਰ ਜਿਸ ਲਈ ਅਸੀਂ ਦੁਆ ਕਰਦੇ ਹਾਂ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਪ੍ਰਭੂ ਪਰਮੇਸ਼ਵਰ, ਮੈਂ ਇੱਕ ਪਾਪੀ ਇਨਸਾਨ ਹਾਂ, ਮੈਂ ਇੱਕ ਪਾਪੀ ਇਨਸਾਨ ਹਾਂ, ਤੂੰ ਮੇਰੇ ਉੱਤੇ ਦਇਆ ਕਰ, ਤੂੰ ਮੇਰਿਆਂ ਇਹਨਾਂ ਪਾਪਾਂ ਨੂੰ ਲੈ ਲਾ। ਇਹੋ ਚੀਜ਼ ਪ੍ਰਭੂ ਇਹਨਾਂ ਨੂੰ ਕਰਨ ਦੇ ਲਈ ਕਹਿ ਰਿਹਾ ਸੀ। ਕੋਈ ਚੀਜ਼ ਨਹੀਂ ਬਦਲੀ। ਔਰ ਉਸੇ ਵੇਲੇ ਉਹ ਅਦਨ ਦਾ ਦਰਵਾਜ਼ਾ ਸਾਡੇ ਲਈ ਖੁੱਲ ਜਾਂਦਾ। ਸਾਡੀ ਦਇਆ ਉੱਥੋਂ ਵਗਣੀ
शुरू हो जाती है। सो हुण दुखां दी शुरुआत कित्थों हुई? इत्थे हुण देखो, प्रभु परमेश्वर ने सप नूं कहा, क्योंकि तू इस सब दी जड़ है, तू सब घरेलू पशुआं अते जंगली जानवरां विच सब तो अधिक सरापी ठहरेगा। हर इंसान, हर जानवर, हर चीज सप तो डरदी है। हर जानवर जिसले सप नूं देखदा पहलां उसनूं मारना मंगदा। तुसीं वाइल्ड लाइफ देख लो, हर चीज सप दे नाल लड़दी है, चाहे चाहे उड्डण वाला जानवर, चाहे धरती के उत्ते रहन वाला जानवर, चाहे वह पानी वाला जानवर, हर चीज उसनूं मारना चाहती है। तू सब तू जीवन भर सब तो अधिक सरापी ठहरेगा, तू ढिड भर चलेगा अते जीवन भर मिट्टी खावेगा। ये नहीं कि सप मिट्टी खांदा, मिट्टी नहीं खाता। कहने का की मतलब है कि हर चीज तेनू मारेगी, हर चीज तेनू मिट्टी दे विच मिलाउणा चाहेगी। कहने का मतलब कि तू बार बार हार खाएगा, बार बार हार खाएगा। और वो चीज़ असीं इत्थे हुंदी देखते पे हैं, अज दे युग दे विच देखते पे हैं। और उस तो बाद फिर उसने औरत दे वल आया, मैं तेरे अते औरत विच तेरी संतान अते औरत दी संतान दे विच वैर पावांगा, वो तेरी सिरी फेवेंगी अते तू उसकी अड्डी टंगेगा। सो इत्थे सब तो पहला देखो, प्रभु परमेश्वर ने इस तो पहला कि वो सारा दुख आवे, वो जिहड़ी सलीब सी वो दिखाती। ये 15वीं आयत उस वेले पूरी हुंदी है जिस वेले प्रभु यसू मसीह नूं सलीबी मौत दित्ती गई है, जिसले उस सलीब दे उत्ते और उन्हां दे पैरां दे विच जिसले ओह जिहड़ी मेख आ वो ठोकी गई है। ये उत्थे पूरी हुंदी पई है कि मैं एक दरवाजा हुण देण जा रहा, वैर तेरा इहदे नाल रहेगा, पर मैं तेन इनू बरकत फिर दूंगा। तू इस सारे फसाद की जड़ आ जे तू, ते हार तेरी होएगी, हार होर किसी दी नहीं होएगी। हुण तुसीं अगे देखो, हुण शुरू होया उन्हां दी सराप। प्रभु परमेश्वर ने औरत नूं कहा, मैं तेरे गर्भ दीआं पीड़ां नूं वधावांगा, तू पीड़ दे विच बच्चे जम्मेंगी, पर तेरी चाह फिर अपने पति वल होवेगी जो तेरे ते राज करेगा। सो असीं की देखते पए? असीं जो दुनिया दे विच हो रहा असीं वो सब देखते पए। हर थां औरत नूं वोटां दा अधिकार बाद दे विच दित्ता गया। इत्थे औरत नूं लड़ना पिया अपनी वोट के अधिकार दे लई। कोई उसनूं प्यार दी जुत्ती कह रहा, कोई उसनूं कुछ कह रहा। और अंत जो है वो मां भी आ, पत्नी भी आ, दादी भी आ, नानी भी आ, वो भैन भी आ, बेटी भी आ, लेकिन फिर भी उसनूं किस तरह नीवीं अख दे नाल दुनिया दे विच देखा जा रहा। और असीं प्रभु दे वचन दे विच ये देखते पाए। प्रभु ने आदमी नूं कहा, क्योंकि तू अपनी पत्नी की गल मन्नी अते मेरा मना कीते रुख दा फल खाधा, अते तेरे कारण धरती सराफत होई, अते तू कड़ी मेहनत दे नाल इस तो जीवन भर खाएगा। कंडे ते झाड़ियां ये तेरे लिए पैदा करेगी, तू खेत दा साग पत्त खाएगा, तू जीवन भर अपने मुड़के दी कमाई दी रोटी खाएगा, तू मिट्टी दे विचों कढ़िया गया है, इसलिए इसे दे विच मिल जाएगा। शुरू हो गया दुख। हर एक चीज देखो हुण दुख दे रही है, हर एक चीज दुख दे रही है। और सारे जिहड़े कष्ट आ वो क्यों आए? एक गलती दे करके। उन्होंने फल खाना सी, लेकिन उन्होंने माफ़ी नहीं मंगी। उन्होंने प्रभु नूं कहा कि
तेरा ही, तू ही आ बस, ये तेरा सब कीता तेरा ही है। जे तू मैनू औरत ना दिंदा बना के तो ये कदी होना ही नहीं सी। इन्हें खादा, इन्हें मैनू भी खिलाता है, मैनू भी मार दिता, मैनू भी मरवाता इन्हें। उन्हें कहता कि मैं तो नहीं खादा, मैंने तो इन्हें क्या मैं खा लिया, कि भाई तू क्यों खादा, ये नहीं उसने दसिया। सो हुण तुसीं देखो कि किस तरह एक तो बाद एक ਜਿਹੜਾ दुख के रस्ते इत्थों जिन्ना भी असीं जिहड़ी साडी सफरिंग आ, जिहड़े साडे दुख इत्थों शुरू हुंदे पए, इत्थों शुरू हुंदे पए। दैट्स द जेनेसिस ऑफ इट। ये उहदा दुख का जिहड़ा सारे का सारा ओरिजिन आ, वो असीं इत्थे देखते पए हां। और फिर हुण असीं एक चीज़ होर हुंदी देखांगे, क्योंकि सुख तां दूजे पासे है ना, सुख तो वो बाग है ना जिहड़ा प्रभु ने ला के दिता, ठीक है ना। सो हुण देखो, प्रभु परमेश्वर ने कहा हुण आदमी साडे वर्गा हो गया है। नाउ दैट इज द मेन थिंग। की सप ने कहा सी, तुसी परमेश्वर वर्गे हो जाओगे, तुसी परमेश्वर वर्गे हो जाओगे, तुसी भले और बुरे नूं पहचानण लग पाओ, तुहानूं ज्ञान हो जाएगा। हुण ज्ञान तो हो गया पर नंगे आ, पता लग गया भी असीं नंगे। जब तक पवित्र आत्मा ने कपड़ा अपना पाया सी उत्ते, उस वेले तक बरकत सी, और जिद्दां ही पवित्र आत्मा ने आप उसनूं छड्डिया ते वो नंगे सी। प्रभु आया, उन्होंने जख्मां ते मलम लाउणा मंगदा सी, उन्होंने बरकत देनी मंगदा सी। निशान जरूर रह जाता, गुनाह दा कदी निशान नहीं जाता, निशान रह जाता। जब सट लगदी है ना तो निशान रह जाता है, पर जख्म भर जाता, जख्म भर जाता। प्रभु आया सी, लेकिन उन्होंने प्रभु ने कहता कि तू सब कुछ किया। उसने कहा ठीक है, फिर हुण तुहानूं भले ते बुरे दा ज्ञान हो गया। हुण तुहानूं ये पता लगेगा कि ये सारियां चीज़ां हुण जिसले तुहाडे खिलाफ हो जाणगीਆਂ, जो तुहाडे मित्र सी वो हुण सब तुहाडे खिलाफ हो जाणगे। सो अगे असीं जिसले आउने 22ਵੀਂ आयत ते आउने। प्रभु परमेश्वर ने कहा हुण आदमी साडे वर्गा हो गया है अते ये भले अते बुरे दा ज्ञान रखदा है। हो सकदा है कि हथ वधा के जीवन दे रुख दा फल तोड़ के खा लवे और हमेशा तक जीवे। सो प्रभु परमेश्वर ने आदमी नूं अदन दे बाग दे विचों कढ के उसनूं मिट्टी बाउण दे लई घल दिता, जिस दे विचों वो कढिया गया सी। प्रभु परमेश्वर ने आदमी नूं बाहर कढण दे पिछों बाग दे पूर्वी पासे दूतां दा अते उस दे चारे पासे नंगी चमकदी तलवार दा पहरा ला दिता कि वो जीवन दे रुख दी राखी करन। दरवाजा बंद हो गया, दरवाजा बंद हो गया। हुण असीं बाकी वचन दे विच पुराणे नियम च ये पढ़दे हां कि जिस वेले उन्होंने तंबू बनाया, प्रभु ने तंबू बना के उन्होंने दिता, तो उस तंबू दे विच 3 जगहां सी, जिसले असीं उन्होंने देखांगे, अगले भाव दे विच देखांगे। उस 3 जगहां सी। पहली जिहड़ी सी ਉਹ एक आम जगह सी जिस दे विच सारा इजराइल दा घराना जा सकदा सी, प्रभु दे लोग जा सकदे सी। दूसरा हिस्सा जिहड़ा सी वो तंबू दा जिहड़ा हिस्सा सी उस दे विच सिर्फ ते सिर्फ जिहड़ा पुरोहितां दा जिहड़ा खानदान सी वो जांदा सी। जिहड़ा तीसरा हिस्सा सी उसनूं अत पवित्र कहा जांदा सी। साल दे विच एक वारी महापुरोहित उत्थे जांदा सी और अपने सारे लोगों के पापां की जिहड़ी बलि सी उत्थे चढ़ा के आउंदा सी। और अदर दैन दैट बाकी सारा साल वो दरवाजा बंद रहिंदा सी, दरवाजा बंद रहिंदा सी। और जिसले वो अंदर जांदा सी तो उहदा जिहड़ा चोगा हुंदा सी उहदे नाल टल्लियां लगियां हुंदियां सी। जे तां टल्लियां वजदियां पईयां इहदा मतलब जींदा आ। जिसले टलियां बजनियां बंद हो गई, उस रस्सी उसकी लत्त नूं रस्सी पाई हुंदी सी, रस्सी लखा चलेंदे सी, मर गया, मर गया।
पर प्रभु यसू मसीह ने जिसले सलीब के उत्ते जान दी तो वह दरवाजा खुल गया, वो पर्दा फट गया। हुण ये जिसले असीं इन्हां दुखां दे विच दी गुजरदे हैं, जिसले इन्हां दुखां दे विच दी गुजरदे हैं, तो असीं उस दरवाजे दे राहीं अंदर जाते हैं और अपना दुख प्रभु दे अगे रखते हैं और उसनूं लै लैंदा और उहदी जगह ते अपनी दया, अपना रहम, अपना प्यार, अपना साथ वो दिंदा और वो असीं लैके बाहर आउंदे हां, वो लैके असीं बाहर आउंदे हां। दुखां दी शुरुआत इत्थों हुई, पर हर दुख का जिहड़ा इलाज आ वो प्रभु यसू मसीह और उसकी हजूरी। आओ दुआ करिए।